ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵਿਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ। ਕੀਤਾ ਕਿਛੂ ਨਾ ਹੋਵੈ ਲਿਖਿਆ ਤੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ। ਨਾਨਕ ਕੋ ਪ੍ਰਭ ਰਾਖ ਲਹੇ ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ ਬਿਨਸਹਿ ਸਭੇ ਸੋਚ। ਨਾਨਕ ਕੋ ਪ੍ਰਭ ਰਾਖ ਲਹੇ ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ ਬਿਨਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਇਮਾਨ ਸਤ ਸੰਗੀ ਜਨੋ। ਅੱਜ ਕੱਤਕ ਮਹੀਨੇ ਦੀ ਸੰਗਰਾਂਦ ਹੈ। ਇਸ ਮਹੀਨੇ ਦੇ ਵਿੱਚ ਜੋ ਉਪਦੇਸ਼ ਸਾਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦ੍ਰਿੜ ਕਰਵਾਇਆ ਹੈ, ਉਹਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਹੀ ਵਿੱਚ ਵਰਤ ਕੇ ਆਪਣੇ ਮੂਲਕ ਬਚਨਾਂ ਦੀ ਵਿਚਾਰ ਆਪਣਾ ਮੇਰਾ ਭਰਿਆ ਹੱਥ ਸਿਰ ਤੇ ਰੱਖ ਕੇ ਕਰਵਾ ਲੈਣ। ਉਸ ਤੋਂ ਪਹਿਲਾਂ ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਵੋ। ਕੋਈ ਵੀ ਰਸਨਾ ਵਾਂਝੀ ਨਾ ਰਵੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਵੀ ਹੈ ਮਨੁੱਖ, ਤੇਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ, ਕੋਈ ਵੀ ਤਕਲੀਫ, ਕੋਈ ਵੀ ਵਿਪਤਾ, ਕੋਈ ਵੀ ਪੀੜਾ ਜ਼ਿੰਦਗੀ ਦੇ ਵਿੱਚ ਆਵੇ, ਉਸ ਦੇ ਲਈ ਤੂੰ ਭੁੱਲ ਕੇ ਵੀ ਕਿਸੇ ਨੂੰ ਦੋਸ਼ ਨਾ ਦੇਵੀਂ। ਉਹ ਤੇਰੇ ਕਰਮਾਂ ਦਾ ਹੀ ਦੋਸ਼ ਹੈ। ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਵੀ ਕਿਸੇ ਨੂੰ ਤੂੰ ਦੋਸ਼ ਨਹੀਂ ਦੇਣਾ, ਵੀ ਜਿੱਦਾਂ ਦੇ ਤੂੰ ਕਰਮ ਕੀਤੇ ਨੇ ਉਦਾਂ ਦਾ ਹੀ ਫਲ ਤੈਨੂੰ ਪ੍ਰਾਪਤ ਹੋਵੇਗਾ। ਤੇ ਸਾਡੇ ਦੇਸ਼ ਦੇ ਪ੍ਰਸਿੱਧ ਸੰਤ ਅਵਤਾਰੀ ਪੁਰਸ਼ ਮਹਾਤਮਾ ਬੁੱਧ ਨੇਤਾ ਕਰਮਾਂ ਨੂੰ ਰੱਬ ਹੀ ਕਹਿ ਦਿੱਤਾ, ਕਰਮ ਹੀ ਭਗਵਾਨ ਹੈ। ਕਿਉਂਕਿ ਸਾਰੀ ਖੇਡ ਹੀ ਕਰਮਾਂ ਦੀ ਹੈ। ਕਰਮ ਕਰਕੇ ਹੀ ਨਿਰਵਾਣ ਪਦ ਮਿਲਦਾ ਹੈ। ਕਰਮਾਂ ਦੇ ਨਾਲ ਹੀ ਸੁਖ ਮਿਲਦਾ ਹੈ। ਕਰਮ ਨੇ ਹੀ ਦੁੱਖ ਦੇਣਾ ਹੈ। ਕਰਮ ਨੇ ਹੀ ਮਿਲਾਉਣਾ ਹੈ ਤੇ ਕਰਮ ਨੇ ਹੀ ਵਿਛੋੜਨਾ ਹੈ।
ਕਰਮ ਨੇ ਹੀ ਆਨੰਦਿਤ ਕਰਨਾ ਹੈ ਤੇ ਕਰਮ ਨੇ ਹੀ ਪੀੜਾ ਦੇਣੀ ਹੈ। ਕਰਮ ਹੀ ਪਛਾੜਦਾ ਹੈ ਤੇ ਕਰਮ ਹੀ ਤਰੱਕੀ ਦਿੰਦਾ ਹੈ। ਸਾਰਾ ਕੁਛ ਕਰਮ ਤੇ ਹੀ ਨਿਰਭਰ ਹੈ, ਸਾਰੀ ਖੇਡ ਕਰਮਾਂ ਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉ ਘਾਲੀਐ। ਜੇ ਮਨੁੱਖ ਨੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਆਪ ਹੀ ਭੁਗਤਣਾ ਹੈ, ਫਿਰ ਉਹਨੂੰ ਬੁਰਾ ਕਰਮ ਨਹੀਂ ਕਰਨਾ ਚਾਹੀਦਾ। ਉਹਨੂੰ ਆਪਣੇ ਕਰਮਾਂ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ। ਤੇ ਵੇਖਣ ਵਿੱਚ ਆਇਆ ਹੈ, ਮਨੁੱਖ ਹਰ ਥਾਂ ਤੇ ਸੁਚੇਤ ਰਹਿੰਦਾ ਹੈ, ਪਰ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਰਹਿੰਦਾ। ਤੇ ਕਰਮ ਵੀ ਤਿੰਨ ਤਰ੍ਹਾਂ ਦੇ ਹਨ: ਸਰੀਰਕ ਕਰਮ, ਵਾਚਕ ਕਰਮ ਤੇ ਮਾਨਸਿਕ। ਸਰੀਰ ਦੇ ਨਾਲ ਕਿਸੇ ਦਾ ਨੁਕਸਾਨ ਕਰਨਾ, ਇਹ ਸਰੀਰਕ ਕਰਮ ਹੈ। ਤੇ ਮੂੰਹ ਦੇ ਨਾਲ ਕਿਸੇ ਨੂੰ ਮਾੜਾ ਬੋਲਣਾ, ਚੁਗਲੀ ਨਿੰਦਿਆ ਕਰਕੇ ਕਿਸੇ ਦੇ ਕੰਮ ਨੂੰ ਵਿਗਾੜਨਾ, ਕੰਮ ਨੂੰ ਵਿਗਾੜ ਦੇਣਾ, ਇਹ ਵਾਚਕ ਕਰਮ ਹੈ। ਤੇ ਕਿਸੇ ਲਈ ਮਾੜੀ ਸੋਚ ਰੱਖਣੀ, ਇਹ ਮਾਨਸਿਕ ਕਰਮ ਹੈ। ਇਹ ਸਾਰੇ ਅਸ਼ੁਭ ਕਰਮ ਹਨ ਤੇ ਇਹਨਾਂ ਕਰਮਾਂ ਦਾ ਫਲ ਮਨੁੱਖ ਨੂੰ ਆਪ ਹੀ ਭੁਗਤਣਾ ਪੈਂਦਾ ਹੈ। ਮਨੁੱਖ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦਾ। 12 ਮਾਹ ਦੇ ਆਰੰਭ ਦੇ ਵਿੱਚ ਪੰਚਮ ਪਾਤਸ਼ਾਹ ਬਚਨ ਕਰਦੇ ਨੇ, ਕਿਰਤ ਕਰਮ ਕੇ ਵਿਛੋੜੇ, ਕਰ ਕਿਰਪਾ ਮੇਲੋਰਾ। ਮਨੁੱਖ ਦਾ ਪਰਮਾਤਮਾ ਤੋਂ ਵਿਛੋੜਾ ਉਹਦੇ ਕੀਤੇ ਹੋਏ ਕਰਮਾਂ ਕਰਕੇ ਹੀ ਪੈਂਦਾ ਹੈ। ਸਾਰਾ ਕੁਝ ਕਰਮਾਂ ਤੇ ਨਿਰਭਰ ਹੈ ਤੇ ਮਨੁੱਖ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਆਪ ਹੀ ਭੁਗਤਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ, ਆਪੇ ਬੀਜ ਆਪੇ ਹੀ ਖਾਹੂ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂ। ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨ। ਮਨੁੱਖ ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਕਿਸੇ ਦੇ ਸਿਰ ਤੇ ਨਹੀਂ ਮੜ ਸਕਦਾ। ਜਿੱਦਾਂ ਦਾ ਉਹ ਕਰਮ ਕਰੇਗਾ, ਉਦਾਂ ਦਾ ਫਲ ਹੀ ਉਹਨੂੰ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਜੈਸਾ ਬੀਜੈ ਸੋ ਲੂਣੈ, ਕਰਮਾ ਸੰਦੜਾ ਖੇਤ। ਖੇਤ ਸਰੀਰ ਜੋ ਬੀਜੀਐ, ਸੋ ਅੰਤ ਖਲੋਆ ਆਈ। ਇਹ ਸਰੀਰ ਕਰਮਾਂ ਦੀ ਖੇਤੀ ਹੈ। ਜਿਵੇਂ ਦੁਨਿਆਵੀ ਤੌਰ ਤੇ ਮਨੁੱਖ ਜ਼ਮੀਨ ਦੇ ਵਿੱਚ ਜਿੱਦਾਂ ਦਾ ਬੀਜ ਪਾਵੇਗਾ, ਉਦਾਂ ਦਾ ਹੀ ਫਲ ਉਹਨੂੰ ਪ੍ਰਾਪਤ ਹੁੰਦਾ ਹੈ। ਜੇ ਉਹਨੇ ਅੰਬ ਦੇ ਬੂਟੇ ਲਾਏ ਹੋਣਗੇ ਤੇ ਅੰਬ ਦਾ ਫਲ ਪ੍ਰਾਪਤ ਹੋਵੇਗਾ, ਜੇ ਕੰਡੇ ਬੀਜੇ ਹੋਣਗੇ ਤਾਂ ਕੰਡੇ ਹੀ ਪ੍ਰਾਪਤ ਹੋਣਗੇ। ਇਸੇ ਤਰ੍ਹਾਂ ਇਸ ਸਰੀਰ ਦੇ ਅੰਦਰ ਵੀ ਮਨੁੱਖ ਜਿੱਦਾਂ ਦਾ ਬੀਜ ਪਾਵੇਗਾ, ਉਦਾਂ ਦਾ ਫਲ ਉਹਨੂੰ ਮਿਲੇਗਾ ਤੇ ਉਹਨੂੰ ਆਪ ਹੀ ਵੱਢਣਾ ਪਵੇਗਾ। ਕੀਤੇ ਹੋਏ ਕਰਮਾਂ ਤੋਂ ਹੀ ਸੰਸਕਾਰ ਬਣਦੇ ਨੇ ਤੇ ਸੰਸਕਾਰਾਂ ਤੋਂ ਸੁਭਾਅ ਬਣ ਜਾਂਦਾ ਹੈ, ਸੁਭਾਅ ਤੋਂ ਪ੍ਰਾਲਬਧ ਬਣ ਜਾਂਦੀ ਹੈ ਤੇ ਪ੍ਰਾਲਬਧ ਹੀ ਦੁੱਖ ਤੇ ਸੁੱਖ ਨੂੰ ਜਨਮ ਦਿੰਦੀ ਹੈ। ਇਹ ਜੋ ਸ਼੍ਰਿੰਖਲਾ ਚਲਦੀ ਹੈ ਦੁੱਖ ਤੇ ਸੁੱਖ ਦੀ, ਇਹ ਕਰਮਾਂ ਤੋਂ ਹੀ ਚਲਦੀ ਹੈ। ਇਸ ਲਈ ਗੁਰਬਾਣੀ ਦਾ ਫੈਸਲਾ ਹੈ, ਹੇ ਮਨੁੱਖ, ਤੂੰ ਆਪਣੇ ਦੁੱਖ ਲਈ ਕਿਸੇ ਨੂੰ ਦੋਸ਼ੀ ਨਾ ਠਹਿਰਾਈ ਤੇ ਸੁੱਖ ਵਾਸਤੇ ਕਿਸੇ ਦੀ ਝੂਠੀ ਉਪਮਾ ਨਾ ਕਰੀ, ਕਿਉਂਕਿ ਇਹ ਸਾਰੀ ਖੇਡ ਤੇਰੇ ਕਰਮਾਂ ਦੀ ਹੈ। ਵੀ ਜਿੱਦਾਂ ਦੇ ਤੂੰ ਕਰਮ ਕੀਤੇ, ਉਦਾਂ ਦਾ ਫਲ ਹੀ ਤੈਨੂੰ ਮਿਲਦਾ ਹੈ। ਜੇ ਤੂੰ ਚੰਗੇ ਕਰਮ ਕੀਤੇ ਹੋਣਗੇ ਤਾਂ ਜ਼ਿੰਦਗੀ ਦੇ ਵਿੱਚ ਤੈਨੂੰ ਸਾਰਾ ਕੁਝ ਚੰਗਾ ਹੀ ਪ੍ਰਾਪਤ ਹੋਵੇਗਾ, ਪਰ ਜੇ ਤੂੰ ਮਾੜੇ ਕਰਮ ਕੀਤੇ ਹੋਣਗੇ ਤੇ ਤੈਨੂੰ ਮਾੜਾ ਫਲ ਪ੍ਰਾਪਤ ਹੋਵੇਗਾ। ਤੇ ਮਨੁੱਖ ਦੇ ਕੀਤੇ ਹੋਏ ਕਰਮ ਕਦੇ ਮਿਟ ਨਹੀਂ ਸਕਦੇ। ਗੁਰਬਾਣੀ ਦਾ ਫਰਮਾਨ ਹੈ, ਲੇਖ ਨਾ ਮਿਟਾਈ ਹੈ ਸਖੀ,
ਜੋ ਲਿਖਿਆ ਤੁਰ ਕਰਤਾਰ। ਪੁਰਬ ਲੋ ਕ੍ਰਿਤ ਕਰਮ ਨਾ ਮਿਟਾਈ ਕਰ ਗੇਹਣ, ਤਾਚੇ ਮੋਹ ਜਾਪੀ ਲੈ ਰਾਮ ਚੇ ਨਾਮ। ਵੀ ਇਹ ਮਨੁੱਖ ਤੇਰੇ ਪੁਰਬਲੇ ਕਰਮ ਵੀ ਕੀਤੇ ਹੋਏ ਮਿਟ ਨਹੀਂ ਸਕਦੇ, ਇਸ ਕਰਕੇ ਮੈਂ ਸਭ ਤੋਂ ਸ੍ਰੇਸ਼ਟ ਕੰਮ ਕੀਤਾ ਹੈ। ਤਾਂ ਚੇ ਮੋਹ ਜਾਪੀ ਲੈ ਰਾਮ ਚੇ ਨਾਮ, ਤੇ ਮੈਂ ਪ੍ਰਭੂ ਦੇ ਨਾਮ ਨੂੰ ਜਪਿਆ ਹੈ। ਤੇ ਸ਼ੁਭ ਕਰਮ ਕਰਕੇ ਮਨੁੱਖ ਸਭ ਕੁਝ ਪ੍ਰਾਪਤ ਕਰ ਸਕਦਾ ਹੈ। ਭਗਤ ਕਬੀਰ ਜੀ ਦਾ ਬਚਨ ਹੈ, ਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਸ਼ੁਭ ਕਰਮ ਕਰਕੇ ਮਨੁੱਖ ਸਭ ਕੁਝ ਪ੍ਰਾਪਤ ਕਰ ਸਕਦਾ ਹੈ, ਮਨੁੱਖ ਨੂੰ ਸਭ ਕੁਝ ਮਿਲ ਸਕਦਾ ਹੈ। ਤੇ ਸ਼ੁਭ ਕਰਮਾਂ ਦੇ ਬੀਜ ਪ੍ਰਭੂ ਨੇ ਹਰ ਇੱਕ ਦੀ ਝੋਲੀ ਦੇ ਵਿੱਚ ਪਾਏ ਨੇ, ਪਰ ਮਰਜ਼ੀ ਮਨੁੱਖ ਦੀ ਹੈ ਉਹ ਇਸ ਸਥਾਨ ਦੇ ਵਿੱਚ ਸ਼ੁਭ ਕਰਮ ਨੂੰ ਬੀਜੇ ਜਾਂ ਨਾ ਬੀਜੇ। ਇਸ ਦੇ ਵਿਪਰੀਤ ਮਨੁੱਖ ਅਸ਼ੁਭ ਕਰਮ ਵੀ ਕਰ ਸਕਦਾ ਹੈ, ਪਰ ਉਹਨਾਂ ਤੋਂ ਮਨੁੱਖ ਨੂੰ ਸਦਾ ਦੁੱਖ ਹੀ ਮਿਲੇਗਾ। ਸੁੱਖ ਦੇ ਦੁੱਖ ਕਾਰਨ ਨਹੀਂ, ਇਹਨਾਂ ਦਾ ਕਾਰਨ ਹੈ ਮਨੁੱਖ ਦੇ ਕੀਤੇ ਹੋਏ ਕਰਮ। ਤੇ ਮਨੁੱਖ ਜਿੱਦਾਂ ਦੇ ਕਰਮ ਕਰੇਗਾ ਉਦਾਂ ਦਾ ਹੀ ਮਨੁੱਖ ਨੂੰ ਫਲ ਪ੍ਰਾਪਤ ਹੁੰਦਾ ਹੈ। ਇਸ ਮਹੀਨੇ ਦੇ ਵਿੱਚ ਪੰਜਮ ਪਾਤਸ਼ਾਹ ਸਾਨੂੰ ਇਹੀ ਸਮਝਾਉਣਾ ਕਰਦੇ ਨੇ, ਇਹ ਮਨੁੱਖ ਤੂੰ ਚੰਗੇ ਕਰਮ ਕਰ, ਜੇ ਤੂੰ ਮਾੜੇ ਕਰਮ ਕਰੇਗਾ ਤੈਨੂੰ ਮਾੜਾ ਹੀ ਫਲ ਪ੍ਰਾਪਤ ਹੋਵੇਗਾ। ਤੇ ਪਰਮੇਸ਼ਰ ਨੂੰ ਭੁਲਾ ਕੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਰੋਗ ਪੈਦਾ ਹੋ ਜਾਂਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਭਾਵੇਂ ਸਰੀਰਕ ਰੋਗ ਹੋਣ, ਭਾਵੇਂ ਮਨੁੱਖ ਦੇ ਆਰਥਿਕ ਘਰ ਦੀ ਤੰਗੀ ਹੋਵੇ, ਜਾਂ ਮਨ ਦੇ ਰੋਗ ਹੋਣ, ਇਹ ਸਾਰੇ ਰੋਗ ਮਨੁੱਖ ਦੇ ਪਰਮਾਤਮਾ ਨੂੰ ਭੁਲਾਉਣ ਤੇ ਪੈਦਾ ਹੁੰਦੇ ਨੇ। ਅੱਗੇ ਬਖਸ਼ਿਸ਼ ਕਰਦੇ ਨੇ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੇ ਜਦੋਂ ਮਨੁੱਖ ਪਰਮਾਤਮਾ ਤੋਂ ਵੇਮੁਖ ਹੋ ਜਾਂਦਾ ਹੈ, ਉਸ ਮਾਲਕ ਨੂੰ ਆਪਣੇ ਹਿਰਦੇ ਦੇ ਵਿੱਚ ਵਿਸਾਰ ਦਿੰਦਾ ਹੈ, ਫਿਰ ਉਹਦੀ ਜ਼ਿੰਦਗੀ ਦੇ ਵਿੱਚ ਵਿਛੋੜਾ ਹੀ ਵਿਛੋੜਾ ਪੈ ਜਾਂਦਾ ਹੈ। ਉਹ 84 ਦੇ ਚੱਕਰ ਵਿੱਚ ਪੈ ਜਾਂਦਾ ਹੈ, ਕਦੇ ਜੰਮਦਾ ਤੇ ਕਦੇ ਮਰਦਾ ਹੈ। ਜਮ ਜਮ ਮਰੈ ਮਰੈ ਫਿਰ ਜੰਮੈ, ਬੋਝ ਸਜਾਏ ਪਿਆ ਦੇਸ ਲੰਮੈ। ਉਹ ਵਿਛੋੜੇ ਵਿੱਚ ਹੀ ਜੰਮਦਾ ਹੈ ਤੇ ਵਿਛੋੜੇ ਵਿੱਚ ਹੀ ਇੱਥੋਂ ਆਪਣੀ ਜ਼ਿੰਦਗੀ ਹਾਰ ਕੇ ਚਲਾ ਜਾਂਦਾ ਹੈ। ਅੱਗੇ ਬਖਸ਼ਿਸ਼ ਕਰਦੇ ਨੇ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਤੇ ਜਿਤਨੇ ਵੀ ਮਾਇਆ ਦੇ ਪਦਾਰਥ ਸਨ, ਉਹ ਸਾਰੇ ਦੇ ਸਾਰੇ ਇੱਕ ਖਿਨ ਦੇ ਵਿੱਚ ਮਨੁੱਖ ਨੂੰ ਕੋੜੇ ਲੱਗਣ ਲੱਗ ਜਾਂਦੇ ਹਨ। ਜਦੋਂ ਸਰੀਰ ਦੇ ਵਿੱਚ ਤਾਕਤ ਨਾ ਹੋਵੇ, ਸਰੀਰ ਰੋਗੀ ਹੋਵੇ, ਉਹਨੂੰ ਖਾਣ ਦੇ ਪਦਾਰਥ ਚੰਗੇ ਨਹੀਂ ਲੱਗਦੇ। ਤੇ ਜਦੋਂ ਮਨ ਬੇਚੈਨ ਹੋਵੇ, ਮਨ ਰੋਗੀ ਹੋ ਜਾਵੇ, ਫਿਰ ਉਹਨੂੰ ਕੋਈ ਮਨੋਰੰਜਨ ਵੀ ਚੰਗਾ ਨਹੀਂ ਲੱਗਦਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਮਨੁੱਖ ਦੀ ਇਸ ਦੁਖੀ ਹਾਲਾਤ ਵਿੱਚ ਕੋਈ ਵੀ ਉਹਦਾ ਵਿਚੋਲਾ ਨਹੀਂ ਬਣਦਾ, ਕੋਈ ਉਹਦਾ ਸਾਥ ਨਹੀਂ ਦਿੰਦਾ, ਤੇ ਕਿਸੇ ਪਾਸ ਨਿਤ ਰੋਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਿਹੜਾ ਦੁੱਖ ਨੂੰ ਮਿਲਿਆ ਹੈ ਉਹ ਪਰਮਾਤਮਾ ਨੂੰ ਭੁਲਾਉਣ ਕਰਕੇ ਮਿਲਿਆ ਹੈ। ਅੱਗੇ ਬਖਸ਼ਿਸ਼ ਕਰਦੇ ਨੇ, ਕੀਤਾ ਕਿਛੁ ਨਾ ਹੋਵੇ ਲਿਖਿਆ ਤੁਰ ਸੰਜੋਗ। ਦੁਖੀ ਜੀਵ ਦੀ ਆਪਣੀ ਕੋਈ ਪੇਸ ਨਹੀਂ ਜਾਂਦੀ, ਪਿਛਲੇ ਕੀਤੇ ਕਰਮ ਅਨੁਸਾਰ ਧੁਰੋਂ ਹੀ ਲਿਖੇ ਲੇਖਾਂ ਦੀ ਵਿਧ ਆ ਬਣ ਜਾਂਦੀ ਹੈ। ਅੱਗੇ ਬਖਸ਼ਿਸ਼ ਕਰਦੇ ਨੇ, ਉਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਜੇ ਚੰਗੇ ਭਾਗਾਂ ਨੂੰ ਪ੍ਰਭੂ ਆਪ ਮਿਲ ਜਾਵੇ, ਪ੍ਰਭੂ ਦੀ ਸਾਧ ਸੰਗਤ ਮਿਲ ਜਾਵੇ, ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਉਦੋਂ ਹੀ ਮਿਟ ਸਕਦੇ ਹਨ ਜਦੋਂ ਮਨੁੱਖ ਪਰਮਾਤਮਾ ਨੂੰ ਯਾਦ ਕਰੇ, ਉਸ ਪਰਮਾਤਮਾ ਦੀ ਸਾਧ ਸੰਗਤ ਕਰੇ। ਅੱਗੇ ਬਖਸ਼ਿਸ਼ ਕਰਦੇ ਨੇ, ਨਾਨਕ ਕੋ ਪ੍ਰਭ ਰਾਖ ਲਹੇ ਮੇਰੇ ਸਾਹਿਬੰਦੀ ਮੂਚ। ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ, ਹੇ ਦੀਨ ਦਿਆਲ ਪ੍ਰਭੂ, ਹੇ ਪ੍ਰਮਾਤਮਾ, ਹੇ ਅਕਾਲ ਪੁਰਖ,
ਮੇਰੀ ਤੇਰੇ ਅੱਗੇ ਇਹੋ ਅਰਦਾਸ ਹੈ, ਬੇਨਤੀ ਹੈ ਵੀ ਤੂੰ ਮੈਨੂੰ ਵੀ ਨਾ ਮਾਇਆ ਦੇ ਬੰਧਨਾਂ ਤੋਂ ਬਚਾ ਲੈ। ਕੱਤਿਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ। ਕੱਤਕ ਦੀ ਸਵਾਦਲੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ ਉਹਨਾਂ